ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਬੰਦ ਕਿਸਾਨ ਅੰਦੋਲਨ ਦੀ ਸਥਿਤੀ ਅਤੇ ਕੇਂਦਰੀ ਸੰਸਦ ਵਿੱਚ ਦਿੱਲੀ ਦੇ ਉਪ ਰਾਜਪਾਲ ਨੂੰ ਵਾਧੂ ਸ਼ਕਤੀਆਂ ਦੇਣ ਵਾਲੇ ਪਾਸ ਕੀਤੇ ਬਿੱਲ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਅੱਜ 4 ਮਹੀਨੇ ਪੂਰੇ ਹੋਣ ਜਾ ਰਹੇ ਆ। ਦਿੱਲੀ ਦੀ ਬਰੂਹਾਂ ਤੇ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਉਸ ਨੂੰ, ਤੇ ਇਸੇ ਦੇ ਚੱਲਦੇ ਆ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਨੂੰ 26 ਮਾਰਚ ਨੂੰ ਜਿਹੜਾ ਹੈਗਾ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਅਸੀਂ ਜਾਣਨਾ ਚਾਹਾਂਗੇ ਕਿਸਾਨ ਜਥੇਬੰਦੀਆਂ ਨੇ ਇਹ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਨੇ ਤੇ ਇਹਦਾ ਕੀ ਅਸਰ ਤੁਹਾਨੂੰ ਲੱਗਦਾ ਵੀ ਕਿ ਦਿਖਾਈ ਦੇਵੇਗਾ। ਇਹ ਆਪਣੇ ਕਿਸਮ ਦਾ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ, ਇਹ ਆਪਣੇ ਕਿਸਮ ਦਾ ਪਹਿਲਾ ਸੱਦਾ ਹੈ ਕਿ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਇਹ ਸੱਦਾ ਦਿੱਤਾ ਗਿਆ ਕਿ ਭਾਰਤ ਬੰਦ ਕਰਨਾ। ਇਹ ਤੋਂ ਪਹਿਲਾਂ ਸੱਦੇ ਦਿੱਤੇ ਗਏ ਨੇ, ਪੰਜਾਬ ਬੰਦ ਦਾ ਵੀ ਪਹਿਲਾਂ ਦਿੱਤਾ ਸੀ, ਟ੍ਰੇਨਾਂ ਰੋਕਣ ਦਾ ਪਹਿਲਾਂ ਦਿੱਤਾ ਸੀ, ਜਾਂ ਸੜਕਾਂ ਜਾਮ ਕਰਨ ਦਾ 4 ਘੰਟੇ ਲਈ ਦਿੱਤਾ ਸੀ। ਅਲੱਗ-ਅਲੱਗ ਮਤਲਬ ਟੁਕੜਿਆਂ 'ਚ ਅਲੱਗ-ਅਲੱਗ ਚੀਜ਼ਾਂ ਸੀ। ਇਹਦੇ ਪਿੱਛੇ ਮਕਸਦ ਇਹ ਰਿਹਾ ਕਿ ਬੜੇ ਲੰਮੇ ਸਮੇਂ ਤੋਂ, ਕਿਉਂਕਿ ਦਿੱਲੀ ਦੀਆਂ ਬਰੂਹਾਂ 'ਤੇ ਸਾਰਾ ਭਾਰਤ ਨਹੀਂ ਆ ਸਕਦਾ, ਜਿਹੜੇ ਨੇੜਲੇ ਸੂਬੇ ਨੇ ਉਹਨਾਂ ਦੇ ਬੰਦੇ ਦਿੱਲੀ ਬੈਠੇ ਨੇ, ਅਤੇ ਬਾਕੀ ਅਲੱਗ-ਅਲੱਗ ਟਾਈਪ ਦੀਆਂ ਕਿਸਾਨ ਜਾਂ ਲੋਕਾਂ ਦੀਆਂ ਮਹਾਪੰਚਾਇਤਾਂ ਹੋ ਰਹੀਆਂ ਨੇ। ਅਤੇ ਇਸ ਸੱਦੇ ਦੇ ਨਾਲ ਪੂਰੇ ਦੇਸ਼ ਦੀ ਜਿਹੜੀ ਇਕਮੁੱਠਤਾ ਹੈ ਇਸ ਅੰਦੋਲਨ ਦੇ ਨਾਲ, ਉਹ ਦੇਖਣ ਦੇ ਲਈ, ਪਰਖਣ ਦੇ ਲਈ, ਅਤੇ ਸਰਕਾਰ ਨੂੰ ਇਹ ਦਰਸਾਉਣ ਵਾਸਤੇ ਕਿ ਇਹ ਅੰਦੋਲਨ ਕਿਵੇਂ ਕੇਵਲ ਕਿਸਾਨ ਅੰਦੋਲਨ ਨਹੀਂ, ਇਹ ਅੰਦੋਲਨ ਕਿਵੇਂ ਲੋਕ ਅੰਦੋਲਨ 'ਚ ਕਨਵਰਟ ਹੋ ਚੁੱਕਿਆ। ਕਿਉਂਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ, ਸੰਯੁਕਤ ਕਿਸਾਨ ਮੋਰਚੇ ਨੇ, ਉਹਨਾਂ ਨੇ ਟ੍ਰੇਡ ਯੂਨੀਅਨਾਂ ਨਾਲ ਵੀ ਗੱਲ ਕੀਤੀ ਹੈ, ਵਪਾਰੀ ਜਥੇਬੰਦੀਆਂ ਨਾਲ ਵੀ, ਵੱਖ-ਵੱਖ ਲੋਕਾਂ ਦੇ ਨਾਲ ਵੀ, ਲਗਭਗ ਸਾਰਿਆਂ ਦੀ ਸਹਿਮਤੀ ਦੇ ਨਾਲ ਇਸ ਨੂੰ ਸੱਦਾ ਦਿੱਤਾ ਗਿਆ ਉਸ ਪੱਧਰ ਦੇ ਉੱਤੇ। ਔਰ ਇਸ ਦਾ ਉਮੀਦ ਇਹ ਹੈ, ਜਿਹੜਾ ਮਤਲਬ ਹੁੰਗਾਰਾ ਮਿਲ ਰਿਹਾ ਕਿ ਬੜੇ ਵੱਡੇ ਪੱਧਰ ਦੇ ਉੱਤੇ ਇਹਦਾ ਅਸਰ ਰਹਿਣ ਵਾਲਾ ਹੈ। ਔਰ ਜੇ ਇਸ ਪੱਧਰ 'ਤੇ ਇਹਦਾ ਅਸਰ ਰਹੂਗਾ ਤਾਂ ਲਾਜ਼ਮੀ ਹੈ ਕਿ ਜਿਹੜਾ ਡੈਡ ਲੌਕ ਹੈ, ਗੌਰਮੈਂਟ ਆਫ ਇੰਡੀਆ, ਭਾਰਤ ਸਰਕਾਰ ਜਿਹੜੀ ਕਿਸਾਨਾਂ ਨਾਲ ਗੱਲ ਕਰਨ ਤੋਂ ਕਤਰਾ ਰਹੀ ਹੈ, ਚਾਹੇ ਕਹਿ ਰਹੀ ਹੈ ਕਿ ਇੱਕ ਕਾਲ ਦੂਰ ਹੈ, ਪਰ ਉਹ ਕਾਲ ਹੀ ਨਹੀਂ 22 ਜਨਵਰੀ ਤੋਂ ਬਾਅਦ ਲਗਾਤਾਰ ਮਿਲ ਰਹੀ। ਇੰਨਾ ਲੰਮਾ ਸਮਾਂ ਹੋ ਗਿਆ, 2 ਮਹੀਨੇ ਤੋਂ ਵੱਧ ਹੋ ਗਿਆ ਕਿ ਤੁਸੀਂ ਗੱਲ ਨਹੀਂ ਕਰ ਪਾ ਰਹੇ ਹੋ। ਉਹ ਡੈਡ ਲੌਕ ਤੋੜਨ ਦੇ ਵਿੱਚ ਇੱਕ ਮਦਦ ਮਿਲੂਗੀ, ਅਤੇ ਦੂਜਾ ਹੋਰ ਮੋਟੀਵੇਟ ਹੋਣਗੇ ਲੋਕ, ਪ੍ਰੇਰਿਤ ਹੋਣਗੇ, ਇਹ ਸਾਰੇ ਦਾ ਇੱਕ ਦੂਜੇ ਤੋਂ ਸਮਰਥਨ ਵੀ ਮਿਲੂਗਾ ਜਦੋਂ ਦੇਖ ਕੇ ਉਸ ਪੱਧਰ ਦੇ ਉੱਤੇ। ਇਸ ਕਰਕੇ ਇਸ ਅੰਦੋਲਨ ਦੀ ਤਿਆਰੀ ਦੇ ਵਾਸਤੇ ਜਿੱਥੇ ਲੋਕ ਸੋਸ਼ਲ ਮੀਡੀਆ ਤੇ ਬਾਕੀ ਮੀਡੀਆ ਤੇ ਪ੍ਰਚਾਰ ਕਰ ਰਹੇ ਨੇ, ਉੱਥੇ ਜਿੰਨੀਆਂ ਵੀ ਮਹਾਪੰਚਾਇਤਾਂ ਹੋਈਆਂ ਉਹਨਾਂ ਦੇ ਵਿੱਚ ਵੀ ਲੋਕਾਂ ਨੂੰ ਸਮਝਾਇਆ ਜਾ ਰਿਹਾ, ਅਤੇ ਲੋਕਲ ਲੈਵਲ ਤੇ ਸਥਾਨਕ ਲੈਵਲ ਤੇ ਗਰੁੱਪ ਆਪੋ ਆਪਣੇ ਪੱਧਰ ਦੇ ਉੱਤੇ ਵੀ ਲੋਕਾਂ ਦੇ ਵਿੱਚ ਜਾ ਕੇ ਗੱਲ ਉਸ ਪੱਧਰ ਦੇ ਉੱਤੇ ਕਰ ਰਹੇ ਨੇ, ਤਾਂ ਕਿ ਸ਼ਾਂਤਮਈ ਲੋਕ ਆਪਣੇ ਆਪ ਕਰਨ, ਬੰਦ ਕਰਾਉਣਾ ਨਾ ਪਵੇ। ਜਦੋਂ ਆਪਣੇ ਆਪ ਲੋਕ ਕਰਦੇ ਨੇ, ਕਿਉਂਕਿ ਇਹ ਅੰਦੋਲਨ ਸ਼ਾਂਤਮਈ ਅੰਦੋਲਨ ਹੈ, ਇਹ ਜਿਹੜਾ ਬੰਦ ਹੋਏਗਾ, ਇਹ ਬੰਦ ਕਿਸੇ ਮਤਲਬ ਉਹੋ ਜਿਹੇ ਅੰਦੋਲਨ ਨੇ ਵੀ ਕੋਈ ਹਥਿਆਰਬੰਦ ਹੋਵੇ, ਕਿਸੇ ਡਰ ਦੇ ਤਹਿਤ ਹੋਏਗਾ, ਕਿਸੇ ਬਾਕੀ ਦੀ ਚੀਜ਼ ਦੇ ਤਹਿਤ ਹੋਏਗਾ। ਔਰ ਡਰ ਤੋਂ ਜ਼ਿਆਦਾ ਇਹਦੇ 'ਚ ਸ਼ਮੂਲੀਅਤ ਜਿਹੜੀ ਹੋਏਗੀ ਲੋਕਾਂ ਦੇ ਆਪਣੇ ਮਨੋਂ ਹੋਏਗੀ। ਜਿੰਨੇ ਵੱਡੇ ਪੱਧਰ 'ਤੇ ਲੋਕਾਂ ਦੀ ਸ਼ਮੂਲੀਅਤ ਇਹਦੇ ਵਿੱਚ ਦਿਖਾਈ ਦੇਗੀ, ਔਰ ਜਿੰਨੇ ਵੀ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਹ ਜਿਹੜਾ ਕਾਰਪੋਰੇਟ ਵਿਕਾਸ ਦਾ ਮਾਡਲ ਹੈ, ਜਿਹਨੇ ਕਿਰਤੀਆਂ ਦੇ ਕਾਨੂੰਨਾਂ ਦੇ ਵਿੱਚ ਵੀ ਸੋਧ ਕਰਕੇ ਉਹਦਾ ਕੋਡ ਬਣਾ ਕੇ ਅਤੇ ਉਹਨਾਂ ਦੇ ਹੱਕ ਵੀ ਖਤਮ ਕੀਤੇ ਨੇ, ਅਤੇ ਕਿਸਾਨੀ ਦੇ ਹੱਕ ਵੀ ਖਤਮ ਕਰਨਾ ਚਾਹੁੰਦੇ ਨੇ, ਅਤੇ ਵਪਾਰੀ ਦਾ ਵੀ GST ਦਾ ਰੌਲਾ ਉਸੇ ਢੰਗ ਨਾਲ ਹੈ। ਅਤੇ ਇਸ ਲਈ ਸਾਰੇ ਵਰਗਾਂ ਦਾ ਜਿਹੜਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਮਾਮਲਾ ਹੈ, ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਸਭ ਦੇ ਸਾਹਮਣੇ ਹੈ, ਕਿਉਂਕਿ ਸਭ ਵਰਗ ਇਸ ਅੰਦੋਲਨ ਤੋਂ ਇਹ ਉਮੀਦ ਕਰਦੇ ਨੇ ਕਿ ਇੱਕ ਐਡਾ ਵੱਡਾ ਅੰਦੋਲਨ ਜੇ ਉਹ ਸਫਲ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਲੋਕਾਂ ਦੀ ਮਨੋਦਸ਼ਾ ਦਾ ਧਿਆਨ ਰੱਖ ਕੇ ਪਾਲਿਸੀਆਂ ਬਣਾਉਣੀਆਂ ਪੈਣਗੀਆਂ। ਇਸ ਸੰਦਰਭ ਦੇ ਵਿੱਚ ਜਿਹੜਾ ਇਹ ਬੰਦ ਦਾ ਸੱਦਾ ਹੈ, ਇਹ ਬਹੁਤ ਮਾਅਨੇ ਰੱਖਦਾ ਹੈ, ਅਤੇ ਲੋਕਾਂ ਦਾ ਹੁੰਗਾਰਾ ਵੀ ਉਨਾ ਹੀ ਮਾਅਨੇ ਰੱਖੂਗਾ ਜਿੰਨਾ ਉਹ ਬੰਦ ਦੇ ਵਿੱਚ ਸ਼ਮੂਲੀਅਤ ਕਰਨਗੇ। ਹਮੀਰ ਜੀ, ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਹੈਗਾ ਇਸ ਕਿਸਾਨ ਸੰਘਰਸ਼ ਨੂੰ ਦੇਸ਼ ਭਰ 'ਚ ਪਹੁੰਚਾਉਣ ਲਈ ਜਿਹੜਾ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਜਿਵੇਂ ਤੁਸੀਂ ਦੱਸ ਕੇ ਵੀ ਹਟੇ ਹੋ ਵੀ ਕਿ ਇਸ ਕਿਸਾਨ ਸੰਘਰਸ਼ ਨੂੰ ਜਿਹੜਾ ਹੈ ਲੋਕ ਅੰਦੋਲਨ, ਜਨ ਅੰਦੋਲਨ ਬਣਾਉਣ ਲਈ ਜਿਹੜਾ ਹੈ ਇਹ ਸਭ ਕੀਤਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਤੱਕ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਜ਼ਿਆਦਾ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਚੁੱਕੀਆਂ ਨੇ, ਅਤੇ ਉਹਨਾਂ ਕਿਸਾਨ ਮਹਾਪੰਚਾਇਤਾਂ ਜਿਹੜਾ ਹੈਗਾ ਕਿਸਾਨ ਅੰਦੋਲਨ 'ਚ ਕਿਸ ਤਰ੍ਹਾਂ ਦਾ ਅਸਰ ਦਿਖਾਈ ਦੇ ਰਿਹਾ। ਵੈਸੇ ਤਾਂ ਆਪਣੇ ਆਪਣੇ ਇਕੱਠ ਸਾਰੇ ਕਿਤੇ ਹੀ ਹੋ ਰਹੇ ਨੇ, ਪਰ 26 ਜਨਵਰੀ ਤੋਂ ਬਾਅਦ ਜਿਹੜਾ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕਿਸਾਨ ਮਹਾਪੰਚਾਇਤਾਂ, ਉਹ ਪਹਿਲਾਂ ਯੂਪੀ ਅਤੇ ਹਰਿਆਣੇ ਤੋਂ ਸ਼ੁਰੂ ਹੋਈਆਂ ਸੀ, ਕਿਉਂਕਿ ਜਦੋਂ ਇਹ ਕਾਊਂਟਰ ਕਰਨ ਲਈ ਕਿ ਇਹਦੇ 'ਚ ਬਹੁਤ ਵੱਡੇ ਬੰਦਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ, ਅਤੇ ਉਹ ਵੱਡੀਆਂ ਮਹਾਪੰਚਾਇਤਾਂ ਯੂਪੀ ਦੇ ਵਿੱਚ,
ਫਿਰ ਹਰਿਆਣੇ ਦੇ ਵਿੱਚ, ਫਿਰ ਰਾਜਸਥਾਨ ਦੇ ਵਿੱਚ, ਫਿਰ ਉੱਤਰਾਖੰਡ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਦੋਂ ਬਾਅਦ ਆ ਕੇ ਉਹ ਸਾਰੇ ਕਿਤੇ ਸਟਾਰਟ ਹੋਈਆਂ। ਇਦੋਂ ਬਾਅਦ ਫਿਰ ਇੱਕ ਫੈਸਲਾ ਕੀਤਾ ਗਿਆ ਕਿ ਵੋਟ ਤੇ ਚੋਟ ਕਰਨ ਦਾ ਜਿਹੜਾ ਦੇ ਨਾਂ 'ਤੇ, ਕਿਉਂਕਿ ਸਰਕਾਰਾਂ ਵੋਟ ਦੇ ਨਾਲ ਹਿਲਦੀਆਂ ਨੇ। ਫਿਰ 5 ਰਾਜਾਂ 'ਚ ਗਏ ਸੰਯੁਕਤ ਮੋਰਚੇ ਦੇ ਆਗੂ, ਵੈਸਟ ਬੰਗਾਲ 'ਚ ਗਏ, ਕੇਰਲਾ 'ਚ ਗਏ, ਤਾਮਿਲਨਾਡੂ ਦੇ ਵਿੱਚ ਗਏ, ਪੁਡੂਚੇਰੀ ਦੇ ਵਿੱਚ ਗਏ, ਅਸਾਮ ਦੇ ਵਿੱਚ ਗਏ, ਤਾਂ ਕਿ ਆਪਣੀ ਗੱਲ ਕਹਿਣ ਲਈ ਇਸ ਅੰਦੋਲਨ ਨੂੰ ਉਸ ਪੱਧਰ ਤੇ ਚਲਾਇਆ ਜਾਏ। ਫਿਰ ਉਸ ਤੋਂ ਬਾਅਦ ਵੀ ਆ ਕੇ ਉੜੀਸਾ 'ਚ ਵਿਸ਼ਾਖਾਪਟਨਮ ਦੇ ਵਿੱਚ ਰੈਲੀ ਹੋਈ, ਉੱਥੇ ਇੱਥੋਂ ਲੀਡਰ ਗਏ। ਕਰਨਾਟਕਾ ਦੇ ਵਿੱਚ ਰੈਲੀਆਂ ਵੱਡੀਆਂ ਹੋਈਆਂ, ਉੱਥੇ ਗਏ। ਵਿਧਾਨ ਸਭਾ ਦਾ ਘਿਰਾਓ ਵੀ ਪਿਛਲੇ ਦਿਨਾਂ 'ਚ ਕੀਤਾ। ਗੱਲ ਕੀ, ਜਿੰਨੇ ਵੀ ਸੂਬੇ ਲਗਭਗ ਬਹੁਤ ਸਰਗਰਮੀ ਨਾਲ ਵੱਡੇ 21 ਸੂਬੇ ਇਸ ਅੰਦੋਲਨ ਦੇ ਵਿੱਚ ਕੁੱਦੇ ਹੋਏ ਨੇ। ਉਹ ਸਾਰਿਆਂ ਦੇ ਵਿੱਚ ਹੀ ਜਿਹੜੀਆਂ ਮਹਾਪੰਚਾਇਤਾਂ ਦਾ ਤਰੀਕਾ ਸੀ, ਉਹ ਲੋਕਾਂ ਨੂੰ ਜ਼ਿਆਦਾ ਮੋਬਿਲਾਈਜ਼ ਕਰਨ ਦਾ, ਲਾਮਬੰਦ ਕਰਨ ਦਾ ਤਰੀਕਾ ਸੀ, ਉਹ ਚੱਲ ਰਿਹਾ ਸੀ ਤੇ ਅਜੇ ਵੀ ਉਸ ਰੂਪ ਦੇ ਵਿੱਚ ਚੱਲ ਰਿਹਾ। ਪੰਜਾਬ ਦੇ ਵਿੱਚ ਕਿੰਨੀਆਂ ਹੁਣ ਹੋ ਕੇ ਹਟੀਆਂ ਨੇ। ਹਜੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੀ। ਉਦੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ, ਉੱਥੇ ਵੀ ਗਏ। ਤੇ ਖਾਸ ਤੌਰ 'ਤੇ ਖਟਕੜ ਕਲਾਂ ਦੇ ਨੇੜੇ, ਮਤਲਬ ਬੰਗਾ ਦੇ ਵਿੱਚ ਇੱਕ ਬੜੀ ਵੱਡੀ ਕਿਸਾਨ ਪੰਚਾਇਤ ਹੋਈ, ਤੇ ਫਿਰ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਈ। ਅਲੱਗ-ਅਲੱਗ ਜਗ੍ਹਾ ਜਿਹੜੀਆਂ ਉਸ ਲੈਵਲ ਦੀਆਂ ਮਹਾਪੰਚਾਇਤਾਂ ਜਿਹੜੀਆਂ ਹੋ ਰਹੀਆਂ ਨੇ ਜੀ। ਹਮੀਰ ਜੀ, ਦਿੱਲੀ ਦੀ ਬਰੂਹਾਂ ਤੇ ਚੱਲ ਰਹੇ ਸੰਘਰਸ਼ ਨੂੰ ਜਿਹੜਾ ਹੈ, ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਹਾਂ, 4 ਮਹੀਨੇ ਪੂਰੇ ਹੋਣ ਵਾਲੇ ਨੇ, ਤੇ ਅਸੀਂ ਜਾਣਨਾ ਚਾਹਾਂਗੇ ਕਿਸਾਨ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ 'ਚ ਮੈਨੂੰ ਇਹ ਲੱਗਦਾ ਕਿ ਕਿਸਾਨ ਜਥੇਬੰਦੀਆਂ ਵੀ ਮਹਿਸੂਸ ਕਰਦੀਆਂ ਨੇ ਕਿ ਸੰਘਰਸ਼ ਨੂੰ ਹੋਰ ਲੰਮਾ ਚਲਾਉਣ ਦੀ ਲੋੜ ਪਏਗੀ, ਤੇ ਸੰਘਰਸ਼ ਨੂੰ ਹੋਰ ਲੰਮਾ ਚਲਾਉਣ ਦੇ ਨਾਲ ਦੀ ਨਾਲ ਜਿੰਨੀ ਜ਼ਿਆਦਾ ਇਕਮੁੱਠਤਾ ਹੋਏਗੀ, ਜਿੰਨਾ ਜ਼ਿਆਦਾ ਲਾਮਬੰਦੀ ਹੋਏਗੀ, ਔਰ ਜਿੰਨੀ ਲਾਮਬੰਦੀ ਨੂੰ ਸ਼ਾਂਤਮਈ ਤਰੀਕੇ ਨਾਲ ਰੱਖਿਆ ਜਾਏਗਾ, ਔਰ ਜਿਹੜੀ ਦਾ ਏਕਾ 3 ਕਾਨੂੰਨਾਂ ਦਾ ਸਵਾਲ ਹੈ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ ਦਾ ਸਵਾਲ ਹੈ, ਇਹ 3 ਕਾਨੂੰਨ ਵਾਪਸ ਲੈਣ ਦੀ ਗੱਲ ਹੈ, ਉਹਦੇ ਤੇ ਫੋਕਸ ਹੋ ਜਾਏਗਾ, ਜਿੰਨਾ ਧਿਆਨ ਕੇਂਦਰਿਤ ਹੋ ਜਾਏਗਾ, ਉਨਾ ਹੀ ਜ਼ਿਆਦਾ ਉਹਦਾ ਅਸਰ ਹੋਏਗਾ। ਹੁਣ ਜਿਵੇਂ ਮੰਨ ਲਓ ਕਿ ਬਾਕੀ ਫੈਲ ਰਿਹਾ ਹੈ ਅੰਦੋਲਨ, ਦੇਸ਼ ਦੇ ਵਿੱਚ ਫੈਲ ਰਿਹਾ, ਦੁਨੀਆ ਦੇ ਵਿੱਚ ਫੈਲ ਰਿਹਾ, ਪਰ ਸਾਡੇ ਹੋਰ ਜ਼ਿਆਦਾ ਇਹਨੂੰ ਕੰਸੋਲੀਡੇਟ ਕਰਨ ਦਾ ਸਵਾਲ ਹੈ। ਜਿਵੇਂ ਬੰਗੇ ਜਿਹੜੀ ਕਿਸਾਨ ਮਹਾਪੰਚਾਇਤ ਹੋਈ ਹੈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ, ਉੱਥੇ ਨਾਰਮਲੀ ਇਹ ਕੋਸ਼ਿਸ਼ ਕੀਤੀ ਗਈ ਕਿ ਸਭ ਧਿਰਾਂ ਨੂੰ ਬੁਲਾਇਆ ਜਾਏ। ਉੱਥੇ ਪੰਥਕ ਜਥੇਬੰਦੀਆਂ, ਨਿਹੰਗ ਸਿੰਘ, ਗਾਉਣ ਵਾਲੇ, ਗਾਇਕ ਜਾਂ ਬਾਕੀ ਕਿਸਾਨ ਜਥੇਬੰਦੀਆਂ ਤੇ ਸਾਰੀਆਂ ਹੋਈਆਂ, ਤੇ ਉੱਥੋਂ ਇਹ ਐਲਾਨ ਵੀ ਇੱਕ ਦਿੱਤਾ ਗਿਆ ਕਿ ਏਕਾ ਹੋ ਗਿਆ, ਅਸੀਂ ਉਸ ਤਰੀਕੇ ਨਾਲ ਚੱਲਾਂਗੇ। ਮਤਲਬ ਇਹ ਵੀ ਹੋਇਆ ਕਿ ਅਸੀਂ ਹੁਣ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਜੋ ਫੈਸਲਾ ਕਰਨਗੇ ਸਾਰੇ ਅਸੀਂ ਉਹਦੇ ਪਿੱਛੇ ਪਿੱਛੇ ਚੱਲਾਂਗੇ। ਪਰ ਇਹਦੇ 'ਚ ਕੁਝ ਗੱਲਾਂ ਵਿਚਾਰਨ ਵਾਲੀਆਂ ਨੇ, ਜਿਹਦੇ 'ਤੇ ਕਿਸਾਨ ਲੀਡਰਾਂ ਨੂੰ ਵੀ, ਜਿਹੜਾ ਸੰਯੁਕਤ ਮੋਰਚਾ, ਉਹਨੂੰ ਵੀ ਆਪਣੀ ਇੱਕ ਇਕੱਠੀ ਮੀਟਿੰਗ ਕਰਕੇ ਕਿਵੇਂ ਉਹਦੇ ਨਾਲ ਨਜਿੱਠਣਾ, ਉਹ ਸਾਰੇ ਹਾਲਾਤ ਨਾਲ। ਇੱਕ ਇਹ ਵੀ ਸਵਾਲ ਹੈ। ਹੁਣ ਕਿਤੇ ਕਿਤੇ ਇਹ ਸਵਾਲ ਆਉਂਦਾ ਹੈ ਕਿ ਹੁਣ ਇਕਮੁੱਠਤਾ ਹੋ ਗਈ ਹੈ, ਕਿਹਦੇ 'ਚ ਹੋ ਗਈ ਹੈ? ਗਾਇਕ ਇੱਕ ਪਾਰਟ ਬਣ ਗਏ, ਨੌਜਵਾਨ ਦੂਜਾ ਪਾਰਟ ਬਣਾਤਾ, ਤੀਜਾ ਪਾਰਟ ਇਹ ਬਣਾਤਾ ਕਿ ਜੀ ਕਿਸਾਨ ਨੇ ਅਲੱਗ-ਅਲੱਗ ਪਾਰਟ ਬਣਾਤੇ। ਇਹ ਪਾਰਟ ਆਪਣੇ ਆਪ 'ਚ ਕਿਵੇਂ ਨੇ? ਜੇ ਗਾਇਕ ਨੇ ਜਿਹੜੇ, ਉਹ ਬਰਾਬਰ ਦਾ ਹਿੱਸਾ ਕਿਵੇਂ ਨੇ? ਉਹ ਸਹਿਯੋਗੀ ਹੋ ਸਕਦੇ ਨੇ। ਇਸੇ ਤਰ੍ਹਾਂ ਜਿਹੜੇ ਵੀ ਧਿਰਾਂ ਕੋਈ ਹੋ ਜਾਏ, ਪੰਥਕ ਜਥੇਬੰਦੀਆਂ ਵੀ ਨੇ, ਉਹ ਕਿਸਾਨ ਸੰਘਰਸ਼ 'ਚ ਸਹਿਯੋਗੀ ਹੋ ਸਕਦੀਆਂ ਨੇ। ਤੇ ਜੇ ਤੁਸੀਂ ਸਹਿਯੋਗੀ ਹੋ ਤਾਂ ਸਹਿਯੋਗੀਆਂ ਦੀ ਤਰ੍ਹਾਂ ਵਿਵਹਾਰ ਵੀ ਕਰਨ ਦੀ ਲੋੜ ਪੈਂਦੀ ਹੈ। ਉੱਥੇ ਮੇਨ ਲੀਡਰਸ਼ਿਪ ਦੇ ਵਿੱਚ ਆਪਣੇ ਵੱਲੋਂ ਨਵੇਂ ਐਲਾਨ ਕਰਨੇ, ਲੀਡਰਸ਼ਿਪ ਤੋਂ ਉੱਪਰੋਂ ਵੱਧ ਕੇ, ਜਾਂ ਆਪਣੇ ਵੱਲੋਂ ਕੁਝ ਚੀਜ਼ਾਂ ਕਹਿਣੀਆਂ, ਇਹਦੇ ਤੋਂ ਗੁਰੇਜ਼ ਕਰਨਾ ਪਏਗਾ। ਸਪੋਜ਼ ਕਰੋ ਬੰਗੇ ਦੀ ਇੱਕ ਇਸ ਰੈਲੀ ਦੇ ਵਿੱਚ ਵੀ ਸਾਰੀਆਂ ਜਥੇਬੰਦੀਆਂ ਹੱਥ ਖੜੇ ਕਰੋ ਜੀ, ਆਪਾਂ ਇੱਕ ਜਥੇਬੰਦੀ ਬਣ ਗਏ ਹਾਂ, ਇੱਕ ਗਾਇਕ ਇਹ ਕਹਿੰਦਾ, ਤੇ ਉਹਦੇ ਦੀਆਂ ਪੋਲੀਟੀਕਲ ਬਰੀਕੀਆਂ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਨੇ, ਉਹਨਾਂ ਦੀ ਬੈਕਗਰਾਊਂਡ ਪਤਾ ਹੋਣਾ ਚਾਹੀਦੀਆਂ, ਉਹਦੀਆਂ ਬਾਕੀ ਚੀਜ਼ਾਂ ਨੇ। ਇਹੋ ਜਿਹੀਆਂ ਗੱਲਾਂ ਕਿਸੇ ਵੱਡੇ ਆਗੂਆਂ ਦੇ ਮੂੰਹੋਂ ਜੋ ਵੀ ਕੋਈ ਕਹਿਣ ਤੇ ਗੱਲਾਂ ਬਾਤਾਂ ਕਰਨ, ਉਹ ਜ਼ਿਆਦਾ ਸ਼ੋਭਾ ਦਿੰਦੀਆਂ ਨੇ। ਫਿਰ ਕਿਤੇ ਨਾ ਕਿਤੇ ਇੱਕ ਆਦਤ ਹੁੰਦੀ ਹੈ, ਅਸੀਂ ਉਹਨਾਂ ਦਾ ਵੀ ਸ਼ਿਕਾਰ ਹੋ ਜਾਂਦੇ ਹਾਂ। ਬਹੁਤ ਕੰਮ ਕੀਤਾ ਗਾਇਕਾਂ ਨੇ, ਬਹੁਤ ਗੀਤ ਦਿੱਤੇ ਨੇ, ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ ਉਸ ਮਾਮਲੇ 'ਚ। ਪਰ ਇਹਦੇ ਨਾਲ ਦੀ ਨਾਲ ਕਿਵੇਂ ਹੁੰਦਾ ਕਿ ਜਦੋਂ ਗਾਇਕ ਆਉਂਦਾ, ਪਤਾ ਨਹੀਂ ਤਾਂ ਉਹ ਕਹਿ ਕੇ ਰੱਖਦਾ ਮੈਂ ਇੰਨੇ ਵਜੇ ਆਊਂਗਾ, ਤੁਸੀਂ ਮੇਰੇ ਸਪੋਰਟਰ ਬਾਹਰ ਖੜ੍ਹੇ ਹੋ। ਉਹ ਗਾਇਕ ਇਕੱਲਾ ਜਾ ਕੇ ਹਲੀਮੀ ਦੇ ਨਾਲ ਸਟੇਜ ਦੇ ਨੇੜੇ ਚੁੱਪ ਕਰਕੇ ਸਟੇਜ 'ਤੇ ਬੈਠੇ ਤੇ ਆਪਣੀ ਗੱਲ ਕਰੇ, ਇਹ ਜ਼ਿਆਦਾ ਬਿਹਤਰ ਹੁੰਦਾ। ਜੇ ਤੁਸੀਂ 200-400 ਬੰਦਾ ਪਿੱਛੇ ਭਜਾ ਕੇ ਲਿਆਉਂਦੇ ਹੋ, ਤੇ ਜਦੋਂ ਫਿਰ ਉੱਠਦੇ ਹੋ 200-400 ਬੰਦੇ ਨੂੰ ਭਜਾ ਕੇ ਨਾਲ ਲੈ ਜਾਂਦੇ ਹੋ, ਉਹਦੇ ਹੱਥ ਮਿਲਾਉਂਦੇ ਹੋ, ਸਟੇਜ 'ਤੇ ਬੈਠੇ ਵੀ ਹੱਥ ਲਾਈ ਜਾਂਦੇ ਹੋ। ਲੀਡਰਾਂ ਨੂੰ ਇਹ ਕਹਿਣਾ ਪੈ ਰਿਹਾ ਫਲਾਣੇ ਗਾਇਕ ਨੇ ਕਿਹਾ, ਦੇਖੋ ਤੁਸੀਂ ਇਕੱਠੇ ਬਹਿ ਜਾਓ, ਤੁਸੀਂ ਫਲਾਨਾ ਕਰ ਲਓ, ਤਾਂ ਇਹਦੇ 'ਚੋਂ ਅੰਦਾਜ਼ਾ ਇਹ ਚਲਾ ਜਾਂਦਾ ਹੈ ਕਿ ਲੋਕ ਲੀਡਰਸ਼ਿਪ 'ਤੇ ਭਰੋਸੇ ਨਹੀਂ ਹੈ, ਤੁਹਾਡੇ ਭਰੋਸੇ 'ਤੇ ਸ਼ਾਇਦ ਜ਼ਿਆਦਾ ਆਏ ਨੇ। ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਸਾਡੇ ਨਾਲ ਆਏ ਨੇ।
ਗੰਭੀਰਤਾ ਇਸ ਗੱਲ ਦੇ ਵਿੱਚ ਹੈ ਕਿ ਜਿੱਥੇ ਤੁਸੀਂ ਸੀਰੀਅਸਲੀ ਅੰਦੋਲਨ ਦੇ ਨਾਲ ਲੱਗੇ ਹੋ ਤੇ ਉੱਥੇ ਆਪਣੇ ਪੁਰਾਣੇ ਗਾਇਕੀ ਵਾਲਾ ਵਿਵਹਾਰ ਜਿਹੜਾ ਹੁੰਦਾ, ਜਿਹੜਾ ਸ਼ੋਅ ਆਫ ਕਰਨਾ ਹੈ, ਉਹਦੇ 'ਚ ਥੋੜ੍ਹੀ ਜਿਹੀ ਕਮੀ ਲਿਆ ਕੇ ਗੰਭੀਰਤਾ ਦੇ ਨਾਲ ਇਸ ਲੈਵਲ ਤੇ ਗੱਲ ਕਰਨੀ ਪਏਗੀ। ਦੂਜੀ ਗੱਲ, ਜੇ ਜਥੇਬੰਦੀਆਂ ਨੇ ਤਾਂ ਵੱਖ-ਵੱਖ ਫਰੰਟ ਬਣਾ ਕੇ ਤੁਸੀਂ ਅਲੱਗ-ਅਲੱਗ ਟਾਈਪ ਦੇ, ਕਿਸੇ ਨੇ ਮਾਰਚ ਕੱਢ ਲਿਆ, ਕਿਸੇ ਨੇ ਆਪਣੀ ਰੈਲੀ ਕਰ ਲਈ, ਆਪੋ ਆਪਣੇ ਬੰਦੇ ਇਹੋ ਜਿਹੇ ਬੁਲਾਏ ਜਿਹੜੇ ਲੀਡਰਸ਼ਿਪ ਦੇ ਵੀ ਖਿਲਾਫ ਬੋਲ ਰਹੇ ਨੇ ਵੱਖ-ਵੱਖ ਤਰ੍ਹਾਂ ਦੇ, ਚਾਹੇ ਉਹ ਮਸਤਵਾਣੇ ਬੋਲੇ ਨੇ, ਚਾਹੇ ਉਹ ਵੱਖ-ਵੱਖ, ਹਾਲਾਂਕਿ ਮਹਾਰਾਜ ਉਸ ਤਰੀਕੇ ਦੇ ਨਹੀਂ ਬੋਲੇ, ਮਸਤਵਾਣੇ ਜ਼ਿਆਦਾ ਬੋਲੇ ਨੇ ਉਸ ਪੱਧਰ ਦੇ ਉੱਤੇ, ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਆਪਣਾ ਸੈਮੀਨਾਰ ਅਲੱਗ ਕਰ ਲੈਣ, ਕਿਸੇ ਨੂੰ ਸਭ ਨੂੰ ਕੋਈ ਇਤਰਾਜ਼ ਨਹੀਂ ਹੈ, ਕੋਈ ਸਿਆਸੀ ਆਪਣੀ ਗੱਲ ਕਰਨੀ ਹੈ, ਸਭ ਦਾ ਮੰਚ ਹੈ, ਆਪਣਾ ਕਰ ਲੈਣ। ਪਰ ਕਿਸਾਨ ਅੰਦੋਲਨ ਦੇ ਨਾਂ 'ਤੇ ਕੀਤੇ ਗਏ ਇਕੱਠ ਜਿਹੜੇ ਨੇ, ਇਹਦੇ ਵਿੱਚ ਜਦੋਂ ਉਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਤਾਂ ਤਰੇੜਾਂ ਦਿਖਾਈ ਦਿੰਦੀਆਂ ਨੇ ਬਹੁਤ ਜ਼ਿਆਦਾ। ਤੇ ਅਗਲੀ ਗੱਲ ਇਹ ਹੈ ਕਿ ਜਿਹੜੀਆਂ ਹੁਣ ਸਿਆਸੀ ਪਾਰਟੀਆਂ ਲੱਗੀਆਂ ਨੇ ਔਰ ਕਿਸਾਨ ਦੇ ਨਾਂ 'ਤੇ ਇਕੱਠ ਕੀਤਾ ਆਮ ਆਦਮੀ ਪਾਰਟੀ ਨੇ, ਕੋਈ ਕਿਸਾਨ ਝੰਡਾ ਨਹੀਂ, ਕੋਈ ਕੁਝ ਨਹੀਂ, ਠੀਕ ਹੈ, ਕਿਸਾਨ ਦੇ ਨਾਂ 'ਤੇ ਕੀਤਾ, ਤੁਸੀਂ ਮਿਸ਼ਨ 22 ਦੇ ਨਾਂ 'ਤੇ ਕੀਤਾ। ਅਕਾਲੀ ਦਲ ਲੱਗ ਗਿਆ, ਆਪਣੇ ਕੈਂਡੀਡੇਟ ਅਨਾਊਂਸ ਕਰਨ ਲੱਗ ਗਿਆ। ਅਮਰਿੰਦਰ ਸਿੰਘ ਦੇ ਹੁਣ ਪ੍ਰਸ਼ਾਂਤ ਕਿਸ਼ੋਰ ਬਿਠਾਤਾ, ਉਹ ਪ੍ਰਸ਼ਾਂਤ ਕਿਸ਼ੋਰ ਹੁਣ ਚੀਫ ਮਿਨਿਸਟਰ ਹੋ ਗਿਆ, ਜਿਵੇਂ ਪ੍ਰੈਕਟੀਕਲੀ ਸਾਰੇ ਐਮਐਲਏਆਂ ਨੂੰ ਸੱਦ ਪੁੱਛ ਰਿਹਾ ਵੀ ਤੁਸੀਂ ਕੀ ਕਰਨਾ, ਤੇਰੀਆਂ ਕਿਹੜੀਆਂ ਤਿੰਨ ਗੱਲਾਂ ਮੰਨੀਆਂ, ਤੇਰੀਆਂ ਕਿਹੜੀਆਂ। ਪਾਰਟੀ ਦਾ ਵਜੂਦ ਕਿੱਥੇ ਹੈ? ਤੇ ਤੁਸੀਂ ਮਿਸ਼ਨ 22 ਤੇ ਲੱਗ ਗਏ। ਜੇ ਉਹ 22 ਦੀ ਐਕਟੀਵਿਟੀ ਇੰਨੀ ਵੱਧ ਜਾਂਦੀ ਹੈ ਤੇ ਕਿਸਾਨ ਅੰਦੋਲਨ ਦੇ ਫੋਕਸ ਹਟ ਜਾਂਦਾ ਹੈ, ਇਹਦੇ ਬਾਰੇ ਸੋਚਣਾ ਪਏਗਾ ਕਿ ਹਰਿਆਣੇ 'ਚ ਅੱਜ ਵੀ ਪੋਲੀਟੀਕਲ ਐਕਟੀਵਿਟੀ ਇੱਕ ਤਰ੍ਹਾਂ ਦੀ ਬੰਦ ਹੈ ਤੇ ਉਹ ਪਿੱਛੇ ਪੈ ਰਹੇ ਨੇ। ਤੇ ਪੰਜਾਬ ਦੇ ਸੰਯੁਕਤ ਮੋਰਚੇ ਨੂੰ ਇਹ ਸੋਚਣਾ ਪਏਗਾ ਕਿ ਪੰਜਾਬ 'ਚ ਉਹਨੇ ਸਿਆਸਤ ਨਾਲ ਕਿਵੇਂ ਨਜਿੱਠਣਾ ਹੈ, ਕਿਸ ਤਰੀਕੇ ਨਾਲ ਨਜਿੱਠਣਾ ਹੈ। ਕਿਤੇ ਕਿਤੇ ਕਮਜ਼ੋਰੀ ਦਿਖਾਈ ਦਿੰਦੀ ਹੈ ਸੰਯੁਕਤ ਮੋਰਚੇ ਦੇ ਆਗੂਆਂ ਦੇ ਅੰਦਰਲੀ, ਜਿਹਨੂੰ ਠੀਕ ਕਰਨ ਦੀ ਲੋੜ ਹੈ ਕਿ ਜਦੋਂ ਤੁਸੀਂ ਇਕੱਠ ਸੱਦਦੀਆਂ ਨੇ ਪਾਰਟੀਆਂ ਤੇ ਤੁਸੀਂ ਕਦੇ-ਕਦੇ ਇਹ ਮਹਿਸੂਸ ਕਰਾ ਦਿੰਦੇ ਹੋ ਕਿ ਸ਼ਾਇਦ ਤੁਸੀਂ ਉਹਦੇ ਫੇਵਰ 'ਚ ਨਾ ਹੋ, ਉਹ ਪੋਲੀਟੀਕਲ ਪਾਰਟੀ ਦੇ ਪੱਖ 'ਚ ਤਾਂ ਨਹੀਂ, ਜੇ ਤੁਸੀਂ ਉਹਦਾ ਵਿਰੋਧ ਨਹੀਂ ਕਰ ਰਹੇ ਉਸ ਪੱਧਰ ਦੇ ਉੱਤੇ। ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਨਹੀਂ ਹੈ ਉਹਦੇ ਨਾਲ ਕੋਈ ਸੰਬੰਧ, ਸਾਡਾ ਇਸ ਲੈਵਲ ਤੇ ਨਹੀਂ। ਤੇ ਇੱਕ ਹੋਰ ਗੱਲ ਜਿਹੜੀ ਇੰਪੋਰਟੈਂਟ ਹੈ, ਮੇਰਾ ਖਿਆਲ ਹੈ ਬਹੁਤ ਜ਼ਰੂਰੀ ਹੈ, ਇਹ ਇੱਕ ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਪੰਥਕ ਜਥੇਬੰਦੀਆਂ, ਕਾਮਰੇਡਾਂ, ਕਿਸਾਨਾਂ ਜਾਂ ਬਾਕੀ ਦਾ ਹੈਗਾ ਜੀ, ਪਰ ਏਕਾ ਐ ਨਹੀਂ ਹੁੰਦਾ ਕਿ ਤੁਸੀਂ ਇੱਕ ਧਰਮ ਨੂੰ ਰਿਪਰਜੈਂਟ ਕਰਦੇ ਹੋ, ਤੁਸੀਂ ਇੱਕ ਵਰਗ ਨੂੰ ਰਿਪਰਜੈਂਟ ਕਰਦੇ ਹੋ। ਇਕੱਲਾ ਏਕੇ ਦਾ ਸਵਾਲ ਇਹ ਨਹੀਂ ਹੈ। ਔਰ ਇੱਕ ਬਹੁਤ ਬੜਾ ਵਰਗ ਹੈ ਦੇਸ਼ ਦਾ ਜਿਹੜਾ ਖੇਤੀ ਨਾਲ ਡਾਇਰੈਕਟਲੀ ਜੁੜਿਆ ਹੋਇਆ ਹੈ, ਜਿਹਦੀ ਰੋਜੀ ਰੋਟੀ ਪ੍ਰਭਾਵਿਤ ਹੋ ਰਹੀ ਹੈ, ਜਿਹੜਾ ਉਸ ਲੈਵਲ ਤੇ ਪੋਲੀਟਿਕਸ ਨਹੀਂ ਕਰ ਸਕਦਾ ਜਿਸ ਲੈਵਲ ਦੀ ਗੱਲ ਹੈ, ਉਹ ਹੈ ਪੰਜਾਬ ਦਾ ਤੇ ਬਾਕੀ ਦਾ ਦਲਿਤ ਵਰਗ, ਮਜ਼ਦੂਰ ਤਬਕਾ। ਅਜੇ ਵੀ ਤੁਹਾਡਾ ਸੰਵਾਦ ਵੀਕ ਹੈ, ਕਮਜ਼ੋਰ ਹੈ ਉਸ ਮਜ਼ਦੂਰ ਤਬਕੇ ਦੇ ਨਾਲ। ਔਰ ਜੇ ਉੱਥੇ ਜਿਵੇਂ ਬੰਗੇ ਦੀ ਰੈਲੀ ਦੇ ਵਿੱਚ ਇਹ ਕਹਿੰਦੇ ਕਿ ਜਿੱਥੇ 40% ਤੋਂ ਜ਼ਿਆਦਾ ਦਲਿਤ ਆਬਾਦੀ ਹੈ, ਜੇ ਉਹਦੇ ਬਰਾਬਰ ਦੀ ਉਹਨਾਂ ਦੀ ਸ਼ਮੂਲੀਅਤ ਵੀ ਕਰਾਈ ਹੁੰਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਉਹਦਾ ਨਤੀਜਾ ਹੀ ਇੱਕ ਹੋਰ ਹੋਣਾ ਸੀ। ਫਿਰ ਦਿਖਦਾ ਪੰਜਾਬ ਗੁਲਦਸਤੇ ਦੀ ਤਰ੍ਹਾਂ ਇਕੱਠਾ ਬੈਠਾ ਹੋਇਆ। ਇਸ ਕਰਕੇ ਜਿਹੜੀ ਇਹ ਸ਼ੁਰੂਆਤ ਹੋਈ ਹੈ, ਚਾਹੇ ਉਹ ਨਾਭੇ ਤੋਂ ਹੋਈ ਹੈ, ਚਾਹੇ ਉਹ ਵੱਖ-ਵੱਖ ਜਗ੍ਹਾ ਹੁਣ ਵੀ ਇੱਕ ਰੱਖੀ ਹੋਈ ਹੈ ਰੈਲੀ ਹੈ 28 ਤਰੀਕ ਨੂੰ ਲੁਧਿਆਣੇ ਦੇ ਵਿੱਚ, ਜਾਂ ਵੱਖ-ਵੱਖ ਥਾਵਾਂ 'ਤੇ ਜਿਹੜੀਆਂ ਹੋ ਰਹੀਆਂ ਨੇ, ਵੱਡੇ ਪੱਧਰ 'ਤੇ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਆਪਣੇ ਜਿਹੜੇ ਹੇਠਾਂ ਕਾਰਕੁਨ ਨੇ ਉਹਨਾਂ ਦੀਆਂ ਟ੍ਰੇਨਿੰਗਾਂ ਲਾ ਕੇ ਉਹਨਾਂ ਨੂੰ ਸਹਿਮਤ ਕਰਾਉਣਾ ਪਏਗਾ ਕਿ ਤੁਸੀਂ ਵਿਹੜਿਆਂ 'ਚ ਜਾਓ, ਸੰਵਾਦ ਰਚਾਓ, ਉਹਨਾਂ ਨੂੰ ਨਾਲ ਲਓ ਗਲਬੱਕੜੀ ਦੇ ਵਿੱਚ। ਐਂ ਨਹੀਂ ਹੈ ਇੱਕ ਥ੍ਰੈਟ ਨੂੰਮਾ ਭਾਸ਼ਾ ਵਰਤੀ ਜਾਂਦੀ ਹੈ ਉੱਥੇ ਜਾ ਕੇ, ਜਦੋਂ ਲੀਡਰ ਗੱਲ ਕਰਨ ਤੁਸੀਂ ਜਮਾਂ ਹੀ ਮਾਰੇ ਜਾਓਗੇ, ਸਾਡੇ ਕੋਲ ਤਾਂ ਜ਼ਮੀਨਾਂ ਨੇ, ਤੁਹਾਡਾ ਤਾਂ ਬਿਲਕੁਲ ਹੀ ਐਂ ਨਹੀਂ ਹੋਣਾ। ਇਹ ਡਰਾਉਣ ਦਾ ਸਵਾਲ ਨਹੀਂ ਹੈ, ਇਹ ਅਹਿਸਾਸ ਕਰਾਉਣਾ ਕਿ ਤੁਹਾਡੇ ਤੋਂ ਬਿਨਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ। ਇਹ ਆਪਣੀ ਸਾਂਝੀ ਲੜਾਈ ਹੈ, ਇਹ ਹੋਂਦ ਦੀ ਲੜਾਈ ਹੈ, ਇੱਕ ਕਿਸੇ ਕੁਨਬੇ ਦੀ, ਇੱਕ ਕਿਸੇ ਜਾਤ ਦੀ, ਇੱਕ ਕਿਸੇ ਧਰਮ ਦੀ, ਇੱਕ ਕਿਸੇ ਖਿੱਤੇ ਦੀ ਲੜਾਈ ਨਹੀਂ ਹੈ। ਹੋਂਦ ਦੀ ਲੜਾਈ ਹਿੱਸੇਦਾਰੀ ਨਾਲ ਜੁੜੀ ਜਾਂਦੀ ਹੈ। ਇਸ ਲਈ ਜਦੋਂ ਕਦੇ ਪੰਚਾਇਤਾਂ ਹੋਣ, ਉਹਨਾਂ ਪੰਚਾਇਤਾਂ ਦੀ ਸਟੇਜ 'ਤੇ ਉਹਨਾਂ ਦੀ ਹਿੱਸੇਦਾਰੀ ਦਿਖਾਈ ਦੇਣੀ ਚਾਹੀਦੀ ਹੈ। ਉਸ ਸਾਰੇ ਮਾਮਲੇ ਦੇ ਵਿੱਚ ਇਹਨਾਂ ਕਾਨੂੰਨਾਂ ਦੀ ਵਿਆਖਿਆ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਸਾਡੇ 'ਤੇ ਕਿੰਨਾ ਰੋਲ ਹੈ। ਉਹ ਜਿਹੜੀ ਇੱਕ ਸਮਾਜਿਕ ਇਕਮੁੱਠਤਾ ਦਾ ਸਵਾਲ ਹੈ ਉਸ ਪਾਸੇ ਹੈ। ਔਰ ਕਿਤੇ ਨਾ ਕਿਤੇ ਇਹ ਅੰਦਰ ਝਾਤ ਵੀ ਮਾਰਨ ਦਾ ਸਵਾਲ ਹੈ। ਜਿਵੇਂ ਸਿੱਖ ਮੂਵਮੈਂਟ ਹੈ, ਜਿਹੜੀ ਸਿੱਖ ਫਿਲਾਸਫੀ ਹੈ, ਔਰ ਉਹ ਜਾਤ ਪਾਤ ਤੇ ਪਹਿਲਾਂ ਤੋਂ ਹੀ ਖਿਲਾਫ ਹੈ। ਇਸ ਤੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਵੀ ਸਿਖਾਇਆ ਤੇ ਉਹਦੇ 'ਚ ਵੀ ਦਲਿਤ ਬਾਕੀ ਸਾਰੇ ਲੋਕ ਹੈ, ਕਿਉਂਕਿ ਜਾਤ ਦਾ ਕਨਸੈਪਟ ਹੀ ਨਹੀਂ ਹੈ। ਬਿਲਕੁਲ ਕਮਿਊਨਿਸਟ ਵੀ ਇਹ ਕਹਿੰਦੇ ਨੇ ਕਿ ਸਾਡਾ ਜਾਤ ਨਾਲ ਕੋਈ ਲੱਗਾ, ਅਸੀਂ ਜਾਤ ਨੂੰ ਨਹੀਂ ਮੰਨਦੇ ਹਾਂ ਕਿਸੇ ਵੀ ਰੂਪ ਦੇ ਵਿੱਚ। ਤਾਂ ਦੋ ਹੀ ਝੰਡਿਆਂ 'ਤੇ ਉੱਥੇ ਰੌਲਾ ਪੈਂਦਾ। ਜਿਹੜੇ ਡਿਬੇਟ ਇਹ ਕਰਦੇ ਨੇ ਲੋਕ ਸਿੱਖ ਵਰਸਸ ਸਿੱਖ ਬਨਾਮ ਕਾਮਰੇਡ, ਉਹਨਾਂ ਨੂੰ ਡਿਬੇਟ ਇਸ ਪਾਸੇ ਵੀ ਲਿਆਉਣੀ ਚਾਹੀਦੀ ਹੈ ਕਿ ਇੰਨੇ ਲੰਮੇ ਸਮੇਂ ਦੇ ਬਾਵਜੂਦ ਦਲਿਤ ਭਾਈਚਾਰਾ ਕਿਉਂ ਇਸ ਮੂਵਮੈਂਟ 'ਚ ਓਡੇ ਵੱਡੇ ਪੱਧਰ 'ਤੇ ਤੁਸੀਂ ਲਿਆਉਣ 'ਚ ਨਾਕਾਮਯਾਬ ਹੋ, ਕਿਉਂ ਅਲੱਗ-ਅਲੱਗ ਟਾਈਪ ਦੇ ਉਸ ਲੈਵਲ 'ਤੇ ਰਹਿੰਦੇ ਨੇ। ਉਹਨਾਂ ਸਕਾਲਰਜ਼ ਨੂੰ, ਉਹਨਾਂ ਬੁੱਧੀਜੀਵੀਆਂ ਨੂੰ ਜਾਂ ਉਹਨਾਂ ਸਿਆਸਤਦਾਨਾਂ ਨੂੰ ਵੀ ਇਸ ਗੱਲ 'ਤੇ ਸੋਚਣ ਦਾ ਸਵਾਲ ਹੈ। ਇਹ ਚੁਣੌਤੀਆਂ ਨੇ ਅੰਦੋਲਨ ਦੇ ਸਾਹਮਣੇ। ਇਹਨਾਂ ਚੁਣੌਤੀਆਂ ਨੂੰ ਸਰ ਕਰਨ ਦੇ ਵਾਸਤੇ ਜਿਹੜੀ ਸ਼ੁਰੂਆਤ ਹੋਈ ਹੈ, ਸੀਨੀਅਰ ਲੀਡਰਸ਼ਿਪ
ਕਿਸਾਨ ਮੋਰਚੇ ਦੀ ਇਹ ਮਹਿਸੂਸ ਕਰਦੀ ਹੈ ਕਿ ਸਾਨੂੰ ਨਾਲ ਲੈਣਾ ਪਏਗਾ ਤੇ ਜਾਣਾ ਚਾਹੀਦਾ, ਪਰ ਉਹਨੂੰ ਸਿੱਧਤ ਦੇ ਨਾਲ ਰਣਨੀਤੀ ਉਲੀਕ ਕੇ ਆਪਣੀ ਮੀਟਿੰਗ 'ਚ ਇੱਕ ਕੰਮ ਦੇ ਤੌਰ ਤੇ ਕੱਢਣਾ ਚਾਹੀਦਾ ਕਿ ਅਸੀਂ ਵਿਹੜਿਆਂ 'ਚ ਜਾਵਾਂਗੇ, ਵਿਹੜਿਆਂ ਦੇ ਬੰਦਿਆਂ ਨੂੰ ਗਲ ਬੱਕੜੀ ਨਾਲ ਲਵਾਂਗੇ। ਔਰ ਜਿਹੜਾ ਭਾਈ ਜੈਤਾ ਵਾਂਗ ਗ੍ਰੇਟਾ ਗੁਰੂ ਕਾ ਬੇਟਾ ਜਦੋਂ ਇਸ ਲੈਵਲ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ 400 ਸਾਲਾ ਆ ਰਿਹਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਦਾ ਸੀਸ ਲੈ ਕੇ ਆਇਆ ਸੀ, ਤਾਂ ਉਹਨਾਂ ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਗਲ ਦੇ ਨਾਲ ਲਾਉਣ ਦੀ ਉਸ ਪੱਧਰ ਦੇ ਉੱਤੇ ਜ਼ਰੂਰਤ ਹੈ। ਉਦੋਂ ਬਿਨਾਂ ਜਿਹੜਾ ਮਾਹੌਲ ਮੇਰਾ ਖਿਆਲ ਹੈ ਉਹਦੇ 'ਚ ਉਨੀ ਕੁ ਕਮਜ਼ੋਰੀ ਨਾ ਰਹੇ, ਇਹ ਸੰਘਰਸ਼ ਸੋਲਿਡ ਗਰਾਊਂਡ ਤੇ ਖੜੇ, ਤਾਂ ਇਹ ਇੱਕ ਰਣਨੀਤੀ ਦਾ ਵੱਡਾ ਹਿੱਸਾ ਹੋਣਾ ਚਾਹੀਦਾ ਜੀ। ਹਮੀਰ ਸਿੰਘ ਜੀ, ਇਹ ਤਾਂ ਸੀ ਕਿਸਾਨ ਸੰਘਰਸ਼ ਦੀ ਗੱਲ। ਜੇਕਰ ਹੁਣ ਗੱਲ ਕਰੀਏ ਕੇਂਦਰ ਸਰਕਾਰ ਦੀ ਨੀਤੀਆਂ ਦੀ, ਕੇਂਦਰ ਸਰਕਾਰ ਪਹਿਲਾਂ ਹੀ ਜਿਹੜਾ ਸੂਬੇ ਦੇ ਅਧਿਕਾਰਾਂ ਦਾ ਜਿਹੜਾ ਹੈ ਕੇਂਦਰੀਕਰਨ ਕਰ ਰਿਹਾ ਹੈ, ਉਸੇ ਤਰਜ਼ ਤੇ ਜਿਹੜਾ ਹੈਗਾ ਕੇਂਦਰੀ ਸੰਸਦ ਦੇ ਅਖੀਰੀ ਦਿਨ ਜਿਹੜਾ ਦਿੱਲੀ ਦੇ ਉਪ ਰਾਜਪਾਲ ਨੂੰ ਵਾਧੂ ਸ਼ਕਤੀਆਂ ਦੇਣ ਦਾ ਜਿਹੜਾ ਹੈਗਾ ਬਿੱਲ ਪਾਸ ਕੀਤਾ ਗਿਆ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਉਹੀ ਹੈ ਜਿਹੜੀ ਸਾਰੀ ਲੜਾਈ ਦੇਸ਼ ਦੇ ਵਿੱਚ ਹੋ ਰਹੀ ਹੈ ਤਾਕਤਾਂ ਦੇ ਕੇਂਦਰੀਕਰਨ ਦੇ ਖਿਲਾਫ। ਨੋਟਬੰਦੀ, ਪ੍ਰਧਾਨ ਮੰਤਰੀ 8 ਵਜੇ ਆਉਂਦੇ ਨੇ, ਸਭ ਕੁਝ ਬੰਦ ਕਰ ਦਿੰਦੇ ਨੇ। GST ਦੇ ਵਿੱਚ ਸਾਰੇ ਰਾਜਾਂ ਦੇ ਵਪਾਰੀ ਤੇ ਸੂਬਾ ਸਰਕਾਰਾਂ ਲੜ ਰਹੀਆਂ, ਕਹਿ ਰਹੀਆਂ ਨੇ ਕਿ ਸਾਡੇ ਤੋਂ ਗਲਤੀ ਹੋ ਗਈ। ਹਾਲਾਂਕਿ ਸੂਬਾ ਸਰਕਾਰਾਂ ਨੇ ਵੀ ਬਿੱਲ ਪਾਸ ਕੀਤੇ ਨੇ ਉਹਦੇ ਪੱਖ ਦੇ ਵਿੱਚ ਉਦੋਂ, ਹੁਣ ਉਹਨਾਂ ਨੂੰ ਅਹਿਸਾਸ ਹੋ ਰਿਹਾ ਕਿ ਗਲਤ ਹੋ ਗਿਆ। ਇਸੇ ਤਰ੍ਹਾਂ ਨਾਗਰਿਕ ਸੋਧ ਬਿੱਲ ਦਾ ਸਵਾਲ ਹੈ, ਆਹ ਸਾਰੇ ਕਿਰਤੀ ਕਾਨੂੰਨਾਂ ਦਾ ਸਵਾਲ ਇਹ ਹੈ। ਤੇ ਤਿੰਨ ਜਿਹੜੇ ਆ ਕਾਨੂੰਨ ਵੀ ਬਣਾਏ ਹੋਏ ਨੇ ਖੇਤੀ ਵਾਲੇ, ਇਹ ਵੀ ਉਹਨਾਂ ਨੇ ਆਪਣੇ ਸੰਵਿਧਾਨਕ ਦਾਇਰੇ ਤੋਂ ਬਾਹਰ ਜਾ ਕੇ ਬਣਾਏ ਨੇ, ਕਿਉਂਕਿ ਖੇਤੀ ਦੇ ਕਾਨੂੰਨ ਸੂਬੇ ਦਾ ਅਧਿਕਾਰ ਹੈ, ਫੈਡਰਲਿਜ਼ਮ ਦਾ ਅਧਿਕਾਰ ਹੈ। ਸਰਕਾਰ ਜਿਹੜੀ ਰਹੀ ਸਹੀ ਫੈਡਰਲਿਜ਼ਮ ਹੈ ਉਹਦੀ ਵੀ ਸੰਘੀ ਘੁੱਟ ਰਹੀ ਹੈ। ਤੇ ਹੁਣ ਜਿਹੜਾ ਇਹ ਸਵਾਲ ਸਾਡੇ ਸਾਹਮਣੇ ਆਉਂਦਾ ਦਿੱਲੀ ਦੇ, ਕਦੇ ਆਮ ਆਦਮੀ ਪਾਰਟੀ ਦੇ ਨਾਅਰਾ ਲਾਇਆ ਸੀ, ਇਹ ਅਰਵਿੰਦ ਕੇਜਰੀਵਾਲ ਨੇ ਨਾਅਰਾ ਲਾਇਆ ਸੀ ਕਿ ਸਾਨੂੰ ਸੰਪੂਰਨ ਰਾਜ ਦਾ ਦਰਜਾ ਚਾਹੀਦਾ ਹੈ। ਤੇ ਉਦੋਂ ਪਹਿਲਾਂ ਵੀ BJP ਦੇ ਜਿਹੜੇ ਵਰਮਾ ਜੀ ਸੀਗੇ ਚੀਫ ਮਿਨਿਸਟਰ ਰਹੇ, ਤੇ ਉਹਨਾਂ ਨੇ ਵੀ ਕਿਹਾ ਸੀ, ਕਾਂਗਰਸ ਦੇ ਮੈਨੀਫੈਸਟੋ 'ਚ ਵੀ ਹੈ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲੇ, ਪਰ ਇਹਦੇ ਤੇ ਲਗਾਤਾਰਤਾ ਨਹੀਂ ਰਹੀ। ਔਰ ਜਦੋਂ ਤੁਸੀਂ ਜੰਮੂ ਕਸ਼ਮੀਰ ਨੂੰ ਤੋੜ ਦਿੰਦੇ ਹੋ 370 ਧਾਰਾ, ਉਹਨੂੰ 2 ਯੂਨੀਅਨ ਟੈਰੀਟਰੀ 'ਚ ਵੰਡ ਦਿੰਦੇ ਹੋ, ਉਦੋਂ ਤੁਸੀਂ BJP ਦੇ ਨਾਲ ਖੜੇ ਹੋ, ਤਾਂ ਉਹ ਅੱਗ ਤੁਹਾਡੇ ਤੱਕ ਵੀ ਆਉਣੀ ਹੈ। ਇਸ ਲਈ ਸਟ੍ਰੈਟਜੀਕਲੀ ਰਣਨੀਤਿਕ ਦੇ ਤੌਰ ਤੇ ਇਹ ਸੋਚਣਾ ਸਵਾਲ ਹੁੰਦਾ ਹੈ ਕਿ ਜਦੋਂ ਦੂਜਿਆਂ ਦੇ ਅਧਿਕਾਰ ਖੋਹੇ ਜਾ ਰਹੇ ਹੋਣ, ਤਾਂ ਤੁਹਾਨੂੰ ਹਾਂ ਦਾ ਨਾਰਾ ਵੀ ਤੁਸੀਂ ਨਹੀਂ ਮਾਰਦੇ, ਤਾਂ ਤੁਹਾਡੇ ਗਲ ਤੱਕ ਵੀ ਉਹ ਹੱਥ ਆਉਣਾ ਹੀ ਹੁੰਦਾ ਹੈ। ਤੇ ਹੁਣ ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਪਾਸ ਕਰਤਾ, ਗਵਰਨਰ ਉੱਥੋਂ ਦਾ ਜਿਹੜਾ ਗਵਰਨਮੈਂਟ ਹੋਏਗਾ, ਤੇ ਦਿੱਲੀ ਦੀ ਆਮ ਆਦਮੀ ਪਾਰਟੀ ਹੈ ਜੇ ਇਸ ਪੋਲੀਟੀਕਲ ਸਿਸਟਮ ਕੀ ਮੋਰਚਾ ਲਾਉਂਦੀ ਹੈ, ਜਦੋਜਹਿਦ ਕਰਦੀ ਹੈ, ਇਹ ਉਹਦੇ ਸਾਹਮਣੇ ਸਵਾਲ ਹੋਏਗਾ ਬਹੁਤ ਵੱਡਾ। ਇਸੇ ਲਈ ਜਿਹੜਾ ਦੇਸ਼ ਦੇ ਵਿੱਚ 12 ਪਾਰਟੀਆਂ ਨੇ ਰਾਜ ਸਭਾ ਦੇ ਵਿੱਚ ਵਿਰੋਧ ਕੀਤਾ ਉਹਦਾ, ਇਸ ਸਰਕਾਰ ਦੇ ਕਦਮ ਦਾ, ਕਿ ਫਿਰ ਚੁਣੀਆਂ ਹੋਈਆਂ ਸਰਕਾਰਾਂ ਦਾ ਮਤਲਬ ਕੀ ਬਚਦਾ ਜੇ ਤੁਸੀਂ ਉਹਨੂੰ ਗੱਲ ਕਰਦੇ ਹੋ। ਪਰ ਕੇਵਲ ਉਹ ਕੱਲੀ ਚੁਣੀ ਹੋਈ ਸਰਕਾਰ ਦਾ ਸਵਾਲ ਨਹੀਂ, ਪੂਰੇ ਦੇਸ਼ ਦੇ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਸੂਬਿਆਂ ਦੀਆਂ ਨੇ ਜਿਹੜੀਆਂ, ਜੇ ਉਹਨਾਂ ਨੂੰ ਅਧਿਕਾਰ ਸੂਬਿਆਂ ਨੂੰ ਹੋਰ ਨਹੀਂ ਉਹਦੀ ਲੜਾਈ ਹੁੰਦੀ, ਫੈਡਰਲਿਜ਼ਮ ਦੀ ਲੜਾਈ ਲਈ ਲੜਾਇਆ ਜਾਂਦਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਦਿੱਲੀ ਦੀ ਸਰਕਾਰ ਕੇਵਲ ਮਿਊਨਿਸਪਲ ਕਮੇਟੀ ਵਰਗੀ ਬਣ ਗਈ ਹੈ, ਤਾਂ ਸਾਡੀਆਂ ਵੀ ਮਿਊਨਿਸਪਲ ਕਮੇਟੀ ਵਰਗੀਆਂ ਬਣ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਇਸ ਕਰਕੇ ਇੱਕ ਵਿਆਪਕ ਬੜੇ ਵੱਡੇ ਪੱਧਰ ਦੀ ਇੱਕ ਸਿਆਸੀ ਲੜਾਈ ਦੀ ਲੋੜ ਹੈ ਫੈਡਰਲਿਜ਼ਮ ਦੇ ਪੱਖ ਦੇ ਵਿੱਚ। ਉਦੋਂ ਬਿਨਾਂ ਇਹ ਦੇਸ਼ ਦੇ ਵਿੱਚ ਜਮਹੂਰੀਅਤ ਜਿੰਦਾ ਰਹਿਣੀ ਬਹੁਤ ਮੁਸ਼ਕਲ ਹੈ, ਤੇ ਲੋਕਾਂ ਦੀ ਫੈਸਲਾਕੁਨ ਹਿੱਸੇਦਾਰੀ ਬਹੁਤ ਮੁਸ਼ਕਲ ਹੈ। ਇਹਦੇ 'ਚ ਢਾਂਚੇ ਦੇ ਵਿੱਚ ਵੀ ਫੈਡਰਲਿਜ਼ਮ ਚਾਹੀਦਾ, ਤੇ ਲੋਕਾਂ ਦੀ ਤਾਕਤਵਰ ਭੂਮਿਕਾ, ਇੰਪਾਵਰਮੈਂਟ ਆਫ ਪੀਪਲ ਜਿਹਨੂੰ ਕਹਿੰਦੇ ਆ, ਲੋਕਾਂ ਦਾ ਸਸ਼ਕਤੀਕਰਨ, ਉਹਦੇ ਲਈ ਵੀ ਜ਼ਰੂਰਤ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।